ਵਾਹਿਗੁਰੂ ਸਾਹਿਬ ਜੀਓ। ਹਰ ਹਰ ਨਾਮ ਜਪੰਤਿਆ ਕਛ ਨ ਕਹਿ ਜਮ ਕਾਲ। ਨਾਨਕ ਮਨ ਤਨ ਸੁਖੀ ਹੋਇ। ਅੰਤੇ ਮਿਲੈ ਗੋਪਾਲ। ਕਿਰਪਾ ਕਰਹੁ ਦੀਨ ਕੇ ਦਾਤੇ। ਮੇਰਾ ਗੁਣ ਅਵਗਣ ਨਾ ਵਿਚਾਰਹੁ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ। ਮਾਨਸ ਕੀ ਗਤ ਏਹੀ। ਕਹਾਂ ਬੁੱਧ ਪ੍ਰਭ ਤੁਛ ਹਮਾਰੀ। ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲੇਹੁ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲੇਹੁ ਤੁਮ ਕਥਾ ਸੁਧਾਰੀ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਸਾਹਿਬ ਜੀ ਦੀ ਸਾਜੀ ਅਤੇ ਨਿਵਾਜੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਗੁਰ ਸੰਗਤ ਜੀਓ।
ਆਪਾਂ ਸਰਬੱਤ ਗੁਰੂ ਕੀਆਂ ਸੰਗਤਾਂ ਸਤਿਗੁਰੂ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਪਾਵਨ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਜੁੜ ਮਿਲ ਬੈਠ ਕਰਕੇ ਇਸ ਮਨੁੱਖਾ ਜੀਵਨ ਨੂੰ ਸਫਲ ਕਰਨ ਦਾ ਜਿਹੜਾ ਯਤਨ ਹੈ ਉਹ ਕਰ ਰਹੇ ਹਾਂ। ਸਤਿਗੁਰੂ ਸਾਹਿਬ ਜੀ ਦੀ ਅਤਿਅੰਤ ਕਿਰਪਾਲਤਾ ਦੇ ਸਦਕਾ ਸਾਨੂੰ ਮਹਾਨ ਬਾਣੀ ਦੀ ਪਾਵਨ ਵਿਚਾਰ ਸੁਣਨ ਪੜ੍ਹਨ ਦੇ ਲਈ ਪ੍ਰਾਪਤ ਹੋ ਰਹੀ ਹੈ। ਸਤਿਗੁਰੂ ਸਾਹਿਬ ਜੀ ਦੀ ਪਾਵਨ ਲੜੀਵਾਰ ਕਥਾ ਦੀ ਜੋ ਵਿਚਾਰ ਪਾਵਨ ਮੂਲ ਮੰਤਰ ਦੇ ਉੱਪਰ ਚੱਲ ਰਹੀ ਹੈ, ਜਿਸ ਦੇ ਅੰਦਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿਹੜਾ ਜਪ ਸ਼ਬਦ ਵਰਤਿਆ ਹੈ ਉਸ ਨੂੰ ਆਪਾਂ ਸਮਝਣ ਦਾ ਯਤਨ ਕਰ ਰਹੇ ਹਾਂ, ਕਿਉਂਕਿ ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਨੇ ਵਾਰ-ਵਾਰ ਸਾਨੂੰ ਇਹ ਗੱਲ ਆਖੀ ਹੈ ਕਿ ਜੇ ਕੋਈ ਜਪਣ ਯੋਗ ਚੀਜ਼ ਹੈ, ਜਪਣ ਯੋਗ ਜੇ ਕੋਈ ਨਾਮ ਹੈ ਤਾਂ ਉਹ ਹੈ ਜਪਹੁ ਤਾਂ ਏਕੋ ਨਾਮਾ, ਕਿ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਨਾਮ ਹੈ ਉਸ ਨੂੰ ਜਪਣਾ ਕਰੋ। ਤੇ ਜਪਣ ਦਾ ਜਿਹੜਾ ਢੰਗ ਤਰੀਕਾ ਆਪਾਂ ਪਿਛਲੀ ਕਥਾ ਦੇ ਅੰਦਰ ਕੁਝ ਸ਼ਰਵਣ ਕੀਤਾ ਸੀ। ਜਿਹੜੇ ਵੇਦ ਸ਼ਾਸਤਰ ਹਨ ਉਹਨਾਂ ਦੇ ਅੰਦਰ ਜਦੋਂ ਵੀ ਜਾਪ ਕਰਨਾ ਹੋਵੇ ਤੇ ਵੇਦ ਸ਼ਾਸਤਰਾਂ ਦਾ ਕਥਨ ਹੈ ਕਿ ਜਾਪ ਕਰਨ ਵੇਲੇ 6 ਚੀਜ਼ਾਂ ਦਾ ਪਤਾ ਹੋਣਾ ਬੜਾ ਜ਼ਰੂਰੀ ਹੈ, ਕਿ ਜਿਹੜਾ ਜਾਪ ਕਰਨ ਵਾਲਾ ਅਭਿਆਸੀ ਹੈ, ਜਪੀ ਹੈ, ਉਸ ਨੂੰ ਇਹ 6 ਗੱਲਾਂ ਜ਼ਰੂਰ ਪਤਾ ਹੋਣੀਆਂ ਚਾਹੀਦੀਆਂ ਨੇ। ਉਹ 6 ਗੱਲਾਂ ਕਿਹੜੀਆਂ ਨੇ? ਪਹਿਲਾ ਹੈ ਇਸ਼ਟ, ਕਿ ਜਿਹੜਾ ਦੇਵਤਾ ਹੈ, ਪ੍ਰਕਾਸ਼ ਰੂਪ ਹੈ, ਉਸ ਦੇ ਬਾਰੇ ਪਤਾ ਹੋਵੇ, ਕਿ ਜਿਹੜਾ ਮੈਂ ਨਾਮ ਹੈ ਇਹ ਕਿਸ ਦਾ ਜਪ ਰਿਹਾ ਹਾਂ। ਜਿਵੇਂ ਗੁਰਸਿੱਖਾਂ ਦੇ ਲਈ ਸਤਿਗੁਰੂ ਸਾਹਿਬ ਜੀ ਨੇ ਇਹ ਪਾਵਨ ਉਪਦੇਸ਼ ਬਖਸ਼ਿਆ ਹੈ ਕਿ ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ, ਕਿ ਗੁਰਸਿੱਖਾਂ ਨੇ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਆਪਣਾ ਇਸ਼ਟ ਦੇਵਤਾ ਮੰਨ ਕਰਕੇ ਉਸ ਵਾਹਿਗੁਰੂ ਦਾ ਹੀ ਜਿਹੜਾ ਧਿਆਨ ਹੈ, ਉਸ ਵਾਹਿਗੁਰੂ ਦਾ ਹੀ ਜਿਹੜਾ ਨਾਮ ਹੈ ਉਸ ਨੂੰ ਜਪਣਾ ਹੈ। ਇਹ ਪਹਿਲੀ ਗੱਲ ਹੈ, ਪਹਿਲੀ ਵਿਚਾਰ ਹੈ ਜਿਹੜੀ ਅਸੀਂ ਧਿਆਨ ਦੇ ਵਿੱਚ ਰੱਖਣੀ ਹੈ। ਦੂਸਰਾ, ਜਾਪ ਕਰਨ ਵੇਲੇ ਜਿਹੜਾ ਰਿਖੀ ਹੈ, ਭਾਵ ਇਹ ਜਿਹੜਾ ਮੰਤਰ ਜਿਸ ਨੂੰ ਅਸੀਂ ਜਪ ਰਹੇ ਹਾਂ ਇਹ ਕਿਸ ਰਿਖੀ, ਕਿਸ ਗੁਰੂ ਪੀਰ ਦਾ ਉਚਾਰਿਆ ਹੋਇਆ ਹੈ। ਇਸ ਗੱਲ ਦਾ ਜਾਪਕ ਨੂੰ, ਜਪ ਕਰਨ ਵਾਲੇ ਨੂੰ ਪਤਾ ਹੋਣਾ ਲਾਜ਼ਮੀ ਹੈ। ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਜਿਹੜਾ ਮੂਲ ਮੰਤਰ ਹੈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅਕਾਲ ਪੁਰਖ ਵਾਹਿਗੁਰੂ ਦੇ ਰਾਹੀਂ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ। ਇਸੇ ਤਰੀਕੇ ਦੇ ਨਾਲ 6ਵੀਂ ਜਿਹੜੀ ਗੱਲ ਹੈ ਉਹ ਇਹ ਧਿਆਨ ਦੇ ਵਿੱਚ ਰੱਖਣੀ ਜ਼ਰੂਰੀ ਹੈ, ਉਹ ਹੈ ਸ਼ਕਤੀ, ਕਿ ਇਹ ਜਿਹੜਾ ਮੰਤਰ ਹੈ ਇਹ ਪ੍ਰਗਟ ਕਰਾਉਣ ਵਾਲੇ, ਭਾਵ ਇਸ ਮੰਤਰ ਦੇ ਅੰਦਰ ਇੰਨੀ ਕੁ ਸ਼ਕਤੀ ਹੈ ਕਿ ਸਾਡਾ ਜਿਹੜਾ ਜੀਵਨ ਹੈ ਨਾਸ਼ਵਾਨਤਾ ਤੋਂ ਕੱਢ ਕਰਕੇ ਪ੍ਰਕਾਸ਼ਵਾਨਤਾ ਦੇ ਅੰਦਰ ਇਹ ਜਾਪ ਜਿਹੜਾ ਹੈ, ਮੰਤਰ ਜਿਹੜਾ ਹੈ ਉਸ ਨੂੰ ਲਿਆਉਣ ਵਾਲੇ ਆ। ਭਾਵ ਸਾਡੇ ਜੀਵਨ ਦੇ ਅੰਦਰੋਂ
ਜਿਹੜੇ ਵਿਸ਼ੇ ਵਿਕਾਰ ਹਨ, ਅਗਿਆਨਤਾ ਹੈ, ਬੇਸਮਝੀ ਹੈ, ਈਰਖਾ ਦਵੈਸ਼ ਦੀ ਜਿਹੜੀ ਭਾਵਨਾ ਉਸ ਦੇ ਅੰਦਰੋਂ ਕੱਢ ਕਰਕੇ ਸਾਨੂੰ ਜਿਹੜੀ ਮਨ ਦੀ ਸ਼ਾਂਤੀ ਹੈ ਉਹ ਇਹ ਮੰਤਰ ਬਖਸ਼ਣ ਵਾਲਾ ਹੈ, ਇਹ ਵਿਸ਼ਵਾਸ ਹੋਣਾ। ਚੌਥੀ ਜਿਹੜੀ ਗੱਲ ਉਹ ਇਹ ਧਿਆਨ ਵਿੱਚ ਰੱਖਣੀ ਕਿ ਇਹ ਜਿਹੜਾ ਮੰਤਰ ਹੈ ਇਸ ਦਾ ਸ਼ੰਤ ਕਿਹੜਾ ਹੈ, ਇਸ ਨੂੰ ਕਿਹੜੇ ਰਾਗ ਦੇ ਵਿੱਚ ਉਚਾਰਿਆ ਗਿਆ ਹੈ। ਜਿਸ ਪ੍ਰਕਾਰ ਜਦੋਂ ਅਸੀਂ ਪੁਰਾਤਨ ਜਨਮ ਸਾਖੀਆਂ ਪੜ੍ਹ ਕੇ ਵਿਚਾਰ ਕੇ ਵੇਖਦੇ ਹਾਂ, ਆਮ ਕਰਕੇ ਕਈ ਲੋਕ ਇਹ ਵੀ ਸ਼ੰਕਾ ਕਰਦੇ ਆ ਕਿ ਜਿਹੜੀ ਜਪਜੀ ਸਾਹਿਬ ਦੀ ਬਾਣੀ ਹੈ ਇਸ ਦੇ ਉੱਪਰ ਸਿਰਲੇਖ ਨਹੀਂ ਆਇਆ। ਜਿਵੇਂ ਅਸੀਂ ਪਾਵਨ ਬਾਣੀ ਜਦੋਂ ਪੜ੍ਹਦੇ ਹਾਂ, 52 ਅੱਖਰੀ ਜਾਂ ਦੱਖਣੀ ਓੰਕਾਰ ਜਾਂ ਆਸਾ ਕੀ ਵਾਰ, ਉਹਨਾਂ ਦੇ ਉੱਪਰ ਪਾਵਨ ਜਿਹੜੇ ਸਿਰਲੇਖ ਨੇ, ਜਿਵੇਂ ਸਿੱਧ ਗੋਸ਼ਟ ਦੇ ਉੱਪਰ ਸਿਰਲੇਖ ਆਉਂਦਾ ਹੈ। ਕਈ ਲੋਕ ਇਹ ਸ਼ੰਕਾ ਕਰਦੇ ਨੇ ਕਿ ਇਸ ਦੇ ਉੱਪਰ ਕਿਸੇ ਵੀ ਪ੍ਰਕਾਰ ਦਾ ਜਿਹੜਾ ਸ਼ਲੋਕ ਹੈ, ਮਹੱਲਾ ਹੈ, ਉਹ ਨਹੀਂ ਲਿਖਿਆ ਹੋਇਆ, ਤੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਪਾਵਨ ਜਪਜੀ ਸਾਹਿਬ ਦੀ ਬਾਣੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਨਹੀਂ ਹੈ। ਪਰ ਇਸ ਦੀ ਜਿਹੜੀ ਵਿਚਾਰ ਹੈ, ਇਸ ਨੂੰ ਇਦਾਂ ਸਮਝਿਆ ਜਾ ਸਕਦਾ ਹੈ ਕਿ ਪਹਿਲੀ ਵਿਚਾਰ ਤਾਂ ਇਹ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਸਿੱਖ ਧਰਮ ਦੇ ਮੋਢੀ ਹਨ, ਤੇ ਮੋਢੀ ਦਾ ਬਚਨ ਹੀ ਪ੍ਰਾਰੰਭਤਾ ਦੇ ਵਿੱਚ ਆਉਂਦਾ ਹੁੰਦਾ ਹੈ, ਜਿਹੜਾ ਕਿ ਇਹ ਸਾਬਤ ਕਰਦਾ ਹੈ ਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਹੀ ਇਹ ਪਾਵਨ ਬਾਣੀ ਹੈ। ਦੂਸਰਾ ਪ੍ਰਮਾਣ ਸਾਨੂੰ ਪੁਰਾਤਨ ਜਨਮ ਸਾਖੀਆਂ ਤੋਂ ਮਿਲਦਾ ਹੈ ਕਿ ਇਹ ਜਿਹੜੀ ਪਾਵਨ ਬਾਣੀ ਹੈ, ਇਸ ਦੇ ਅੱਗੇ ਮਹੱਲਾ ਪਹਿਲਾ ਸ਼ਬਦ ਲਿਖਿਆ ਹੋਇਆ ਜਨਮ ਸਾਖੀਆਂ ਦੇ ਅੰਦਰ ਮਿਲਦਾ ਹੈ, ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਪਾਵਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਹੀ ਬਾਣੀ ਹੈ। ਚੌਥਾ, ਇਸ ਗੱਲ ਦਾ ਪਤਾ ਹੋਣਾ ਬੜਾ ਜ਼ਰੂਰੀ ਹੈ ਕਿ ਜਿਹੜਾ ਤੁਸੀਂ ਮੰਤਰ ਪੜ੍ਹ ਰਹੇ ਹੋ, ਮੰਤਰ ਦਾ ਜਾਪ ਕਰ ਰਹੇ ਹੋ, ਉਹ ਕਿਹੜੇ ਰਾਗ ਦੇ ਵਿੱਚ ਉਚਾਰਿਆ ਗਿਆ ਹੈ। ਤੇ ਜਨਮ ਸਾਖੀਆਂ ਦੇ ਅੰਦਰ ਪਾਵਨ ਜਪਜੀ ਸਾਹਿਬ ਜੀ ਦਾ ਰਾਗ ਵੀ ਲਿਖਿਆ ਹੋਇਆ ਹੈ, ਰਾਗ ਆਸਾ ਮਹੱਲਾ ਪਹਿਲਾ, ਕਿ ਰਾਗ ਆਸਾ ਦੇ ਅੰਦਰ ਜਿਹੜੀ ਪਾਵਨ ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਹੈ ਉਸ ਨੂੰ ਉਚਾਰਿਆ ਗਿਆ ਹੈ। ਇਸ ਲਈ ਪੰਜਵੀਂ ਜਿਹੜੀ ਗੱਲ ਹੈ ਜਾਪਕ ਦੇ ਲਈ ਇਹ ਪਤਾ ਹੋਣੀ ਜ਼ਰੂਰੀ ਹੈ ਕਿ ਕੀਲਕ ਦਾ ਭਾਵ ਅਰਥ ਇਹ ਹੁੰਦਾ ਹੈ ਕਿ ਜਿਹੜਾ ਇਹ ਪਾਵਨ ਮੰਤਰ ਹੈ ਇਸ ਨੂੰ ਕਿਹੜੇ ਗੁਰੂ ਨੇ ਅੰਕਿਤ ਕੀਤਾ। ਜਿਵੇਂ ਆਪਾਂ ਜਾਣਦੇ ਹਾਂ ਕਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਪਾਵਨ ਮੂਲ ਮੰਤਰ ਨੂੰ ਪਾਵਨ ਕਰਤਾਰਪੁਰੀ ਜਿਹੜੀ ਬੀੜ ਹੈ ਉਸ ਨੂੰ ਜਦੋਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੂੰ ਲਿਖਾਰੀ ਲਾ ਕਰਕੇ ਲਿਖਵਾਇਆ, ਉਸ ਵੇਲੇ ਇਸ ਮੰਤਰ ਨੂੰ ਮੁੱਢ ਦੇ ਅੰਦਰ ਅੰਕਿਤ ਕਰਨਾ ਕੀਤਾ। ਤੇ ਛੇਵੀਂ ਜਿਹੜੀ ਗੱਲ ਹੈ ਉਹ ਇਹ ਪਤਾ ਹੋਣੀ ਜ਼ਰੂਰੀ ਹੈ ਕਿ ਬੀਜ, ਕਿ ਇਸ ਮੰਤਰ ਦੇ ਅੰਦਰ ਜਿਹੜਾ ਬੀਜ ਮੰਤਰ ਉਹ ਕਿਹੜਾ ਹੈ, ਇੱਕ ਓੰਕਾਰ। ਜਿਹੜਾ ਇੱਕ ਓੰਕਾਰ ਸ਼ਬਦ ਹੈ ਮੂਲ ਮੰਤਰ ਦੇ ਅੰਦਰ, ਇਸ ਨੂੰ ਬੀਜ ਮੰਤਰ ਆਖਿਆ ਜਾਂਦਾ ਹੈ। ਸੋ ਇਸ ਪ੍ਰਕਾਰ ਜਦੋਂ ਅਸੀਂ ਕਿਸੇ ਮੰਤਰ ਦਾ ਜਾਪ ਕਰਨਾ ਹੋਵੇ ਤਾਂ ਉਸ ਵੇਲੇ ਇਹ 6 ਗੱਲਾਂ ਦਾ ਪਤਾ ਹੋਣਾ ਬੜਾ ਜ਼ਰੂਰੀ ਹੈ। ਸਤਿਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਨੇ
ਇਹ ਸਾਨੂੰ ਇੱਕ ਸਿੱਖਿਆ ਦਿੱਤੀ ਹੈ ਕਿ ਜਿਹੜਾ ਮਨੁੱਖ ਉਸ ਪਰਮੇਸ਼ਰ ਵਾਹਿਗੁਰੂ ਨੂੰ ਪਾਉਣਾ ਚਾਹੁੰਦਾ ਹੈ, ਕਿਉਂਕਿ ਅਸੀਂ ਮਨ ਹੀ ਮਨ ਕਈ ਵਾਰ ਇਸ ਗੱਲ ਦੇ ਧਾਰਨੀ ਹੋ ਜਾਂਦੇ ਆ ਕਿ ਚਲੋ ਹਜੇ ਸਮਾਂ ਬਹੁਤ ਹੈ, ਫੇਰ ਜਪ ਕਰ ਲਵਾਂਗੇ। ਸਵੇਰੇ ਉੱਠਣ ਵੇਲੇ ਮਨ ਆਖਦਾ ਹੈ ਕਿ ਸਾਨੂੰ ਨੀਂਦ ਪਿਆਰੀ ਹੈ, ਹੋਰ ਸੌਂ ਲੈਨੇ ਆ। ਪਰ ਪਾਵਨ ਗੁਰਬਾਣੀ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ, ਪ੍ਰਿਯ ਪ੍ਰੇਮ ਸਹਿਜ ਮਨ ਆਨੰਦ ਧਰੋ ਰੀ, ਪ੍ਰਭ ਮਿਲਬੇ ਕੀ ਆਲਸਾ, ਪ੍ਰਭ ਮਿਲਬੇ ਕੀ ਲਾਲਸਾ, ਤਾਤੇ ਆਲਸ ਕਹਾ ਕਰੋ ਰੀ। ਕਿ ਜੇ ਤੈਨੂੰ ਪ੍ਰਭੂ ਪਰਮੇਸ਼ਰ ਵਾਹਿਗੁਰੂ ਨੂੰ ਮਿਲਣ ਦੀ ਆਸ ਹੈ ਤੇ ਉਦੋਂ ਫਿਰ ਕਿਸੇ ਵੀ ਪ੍ਰਕਾਰ ਦਾ ਜਿਹੜਾ ਆਲਸ ਹੈ ਉਸ ਨੂੰ ਨਾ ਕਰਨਾ ਕਰੋ, ਕਿਉਂਕਿ ਇਹ ਜਿਹੜਾ ਮਾਰਗ ਹੈ ਇਹ ਮਸਤੀ ਦਾ ਮਾਰਗ ਹੈ। ਇਸ ਮਾਰਗ ਦੇ ਉੱਪਰ ਚੱਲਣ ਦੇ ਲਈ ਮਸਤ ਹੋਣਾ ਪੈਂਦਾ ਹੈ, ਕਿਉਂਕਿ ਆਪਾਂ ਜਿਹੜੇ ਜੀਵ ਹਾਂ ਆਪਾਂ ਹਮੇਸ਼ਾ ਹੀ ਹਿਸਾਬ ਕਿਤਾਬ ਦੇ ਵਿੱਚ ਪਏ ਰਹਿੰਦੇ ਆ। ਇੱਥੇ ਸੰਸਾਰ ਦੇ ਅੰਦਰ ਜਿਹੜੇ ਦਾਨੇ ਮਸਤਾਨੇ ਹਨ, ਜਿਨ੍ਹਾਂ ਨੂੰ ਲੋਕ ਆਖ ਦਿੰਦੇ ਆ ਕਿ ਇਹ ਤੇ ਐਵੇਂ ਕਮਲੇ ਤੁਰੇ ਫਿਰਦੇ ਆ, ਉੱਥੇ ਹੀ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਸਿਮਰਨ ਹੈ, ਕਿਉਂਕਿ ਇਹ ਜਿਹੜਾ ਮਾਰਗ ਹੈ ਇਹ ਬੁੱਧੀ ਦਾ ਮਾਰਗ ਨਹੀਂ ਹੈ, ਇਹ ਪ੍ਰੇਮ ਦਾ ਮਾਰਗ ਹੈ, ਇਹ ਮਨ ਦੀ ਪਹੁੰਚ ਦਾ ਮਾਰਗ ਹੈ। ਕਿਉਂਕਿ ਜਿਹੜੀ ਬੁੱਧੀ ਹੈ ਇਸ ਦੀ ਜਿਹੜੀ ਪਹੁੰਚ ਓਨੀ ਹੋ ਸਕਦੀ ਹੈ ਜਿੰਨੀ ਵਾਹਿਗੁਰੂ ਸਾਨੂੰ ਸਮਰੱਥਾ ਬਖਸ਼ਦਾ ਹੈ। ਉਸ ਪਰਮੇਸ਼ਰ ਵਾਹਿਗੁਰੂ ਦੀ ਦਰਗਾਹ ਦੇ ਅੰਦਰ ਜਿਹੜੀ ਬੁੱਧੀ ਹੈ ਉਹ ਨਹੀਂ ਪਹੁੰਚ ਸਕਦੀ। ਉੱਥੋਂ ਤੱਕ ਸਾਡੇ ਮਨ ਦੀਆਂ ਜਿਹੜੀਆਂ ਤਰੰਗਾਂ ਹਨ, ਪ੍ਰੇਮ ਹੈ, ਉਹ ਪਹੁੰਚਦਾ ਹੈ। ਇੱਥੇ ਆਪਾਂ ਇੱਕ ਹੋਰ ਵੀ ਵਿਚਾਰ ਕਰਦੇ ਜਾਈਏ। ਕਈ ਲੋਕ ਇਹ ਉਦਾਹਰਣ ਦਿੰਦੇ ਹਨ ਕਿ ਜਿਹੜਾ ਮੂਲ ਮੰਤਰ ਹੈ ਇਸ ਦਾ ਜਦੋਂ ਅਸੀਂ ਜਪ ਕਰਦੇ ਹਾਂ ਤਾਂ ਉਸ ਵੇਲੇ ਉਦਾਹਰਣ ਇਹ ਦਿੰਦੇ ਨੇ ਕਿ ਜੇ ਕੋਈ ਮਨੁੱਖ ਨਿੰਮ 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 ਆਖੀ ਜਾਵੇ ਤੇ ਉਸ ਦਾ ਜਿਹੜਾ ਮੂੰਹ ਹੈ ਉਹ ਕੌੜਾ ਨਹੀਂ ਹੋ ਜਾਂਦਾ। ਜਾਂ ਦੂਸਰੀ ਉਦਾਹਰਣ ਇਹ ਦਿੰਦੇ ਨੇ ਕਿ ਜੇ ਕੋਈ ਮਨੁੱਖ ਖੰਡ ਖੰਡ ਸ਼ੱਕਰ ਸ਼ੱਕਰ ਆਖੀ ਜਾਵੇ ਤੇ ਉਸ ਦਾ ਜਿਹੜਾ ਮੂੰਹ ਹੈ ਉਹ ਮਿੱਠਾ ਨਹੀਂ ਹੁੰਦਾ। ਤੇ ਉਹ ਇਹ ਗੱਲ ਸਾਬਤ ਕਰਦੇ ਆ ਕਿ ਵਾਹਿਗੁਰੂ ਵਾਹਿਗੁਰੂ ਕਹਿਣ ਦੇ ਨਾਲ ਕੁਝ ਨਹੀਂ ਹੁੰਦਾ। ਇੱਥੇ ਸਮਝਣ ਵਾਲੀ ਇੱਕ ਵਿਚਾਰ ਹੈ ਕਿ ਜਿਹੜੀ ਨਿੰਮ ਤੇ ਜਿਹੜੀ ਸ਼ੱਕਰ ਹੈ ਉਹ ਸਾਡੇ ਸਰੀਰ ਦੇ ਨਾਲੋਂ ਵੱਖਰਾ ਪਦਾਰਥ ਹੈ। ਜਿਹੜੀ ਖੰਡ ਹੈ, ਜਿਹੜੀ ਸ਼ੱਕਰ ਹੈ ਜਾਂ ਨਿੰਮ ਹੈ, ਉਹ ਵੱਖਰੇ ਜਗ੍ਹਾ ਪੈਦਾ ਹੁੰਦੀ ਹੈ ਤੇ ਅਸੀਂ ਵੱਖਰੇ ਹਾਂ। ਦੋਵਾਂ ਦੇ ਵਿੱਚ ਸਾਡੇ ਭੇਦ ਹੈ। ਪਰ ਜਿਹੜੇ ਵਾਹਿਗੁਰੂ ਦਾ ਅਸੀਂ ਜਾਪ ਕਰਨਾ ਹੈ ਉਹ ਤਾਂ ਸਾਡੇ ਅੰਦਰ ਹੀ ਮੌਜੂਦ ਹੈ, ਜਾਂ ਇਦਾਂ ਆਖ ਲੈਣਾ ਕਰੋ ਕਿ ਅਸੀਂ ਹੀ ਉਸ ਦਾ ਰੂਪ ਹਾਂ। ਇਸ ਲਈ ਜਿਹੜੀ ਵਸਤੂ ਅਸੀਂ ਬਾਹਰੋਂ ਪ੍ਰਾਪਤ ਕਰਨੀ ਹੋਵੇ, ਹੋ ਸਕਦਾ ਹੈ ਕਿ ਉਸ ਨੂੰ ਇਕੱਲੀ ਆਵਾਜ਼ ਮਾਰਨ ਦੇ ਨਾਲ ਉਸ ਦਾ ਸਵਾਦ ਨਾ ਆਵੇ। ਇਸ ਦੇ ਨਾਲ ਇਹ ਵਿਚਾਰ ਵੀ ਮਨ ਵਿੱਚ ਧਾਰਨ ਕਰਨੀ ਬੜੀ ਜ਼ਰੂਰੀ ਹੈ ਕਿ ਜਿਹੜਾ ਵਾਹਿਗੁਰੂ ਹੈ ਅਸੀਂ ਉਸ ਨੂੰ ਪ੍ਰਾਪਤ ਨਹੀਂ ਕਰਨਾ, ਕਿਉਂਕਿ ਪ੍ਰਾਪਤ ਉਸ ਨੂੰ ਕੀਤਾ ਜਾਂਦਾ ਹੈ ਜਿਹੜਾ ਕਦੇ ਗੁੰਮ ਹੋਇਆ ਹੋਵੇ। ਉਹ ਵਾਹਿਗੁਰੂ ਤਾਂ ਹਰ ਸਮੇਂ ਸਾਡੇ ਹਿਰਦੇ ਦੇ ਅੰਦਰ ਕਣ ਕਣ ਦੇ ਅੰਦਰ ਮੌਜੂਦ ਹੈ। ਘਟ ਘਟ ਮੈਂ ਹਰ ਜੋ ਬਸੈ, ਸੰਤਨ ਕਹਿਓ ਪੁਕਾਰ। ਉਹ ਵਾਹਿਗੁਰੂ ਤਾਂ ਸਾਡੇ ਹਰ ਸਮੇਂ ਹਿਰਦੇ ਦੇ ਅੰਦਰ ਮੌਜੂਦ ਹੈ। ਅਸੀਂ ਉਸ ਨੂੰ
ਸਿਰਫ ਪ੍ਰਾਪਤ ਨਹੀਂ ਕਰਨਾ, ਸਿਰਫ ਇਹ ਕਰਨਾ ਹੈ ਕਿ ਸਾਡੇ ਅੰਦਰ ਵਿਸ਼ਿਆਂ ਵਿਕਾਰਾਂ ਦੀ ਮੈਲ ਕਰਕੇ, ਮਾਇਕੀ ਪਦਾਰਥਾਂ ਦੀ ਮਮਤਾ ਕਰਕੇ ਜਿਹੜਾ ਅਗਿਆਨਤਾ ਦਾ ਪਰਦਾ ਸਾਡੀਆਂ ਅੱਖਾਂ ਤੇ ਪੈ ਗਿਆ, ਅਸੀਂ ਜਪ ਦੇ ਨਾਲ ਉਸ ਨੂੰ ਲਾਉਣਾ ਹੈ। ਉਸ ਅਗਿਆਨਤਾ ਦੇ ਪਰਦੇ ਨੂੰ ਲਾਉਣ ਦੇ ਨਾਲ ਹੀ ਸਾਨੂੰ ਇਹ ਜਿਹੜਾ ਸਰੀਰ ਹੈ ਇਹ ਸਾਨੂੰ ਪਵਿੱਤਰ ਨਜ਼ਰ ਆਵੇਗਾ। ਇਸ ਦੇ ਅੰਦਰੋਂ ਹੀ ਉਸ ਵਾਹਿਗੁਰੂ ਦੀ ਜੋਤ ਸਾਨੂੰ ਨਜ਼ਰ ਆਵੇਗੀ। ਸੋ ਦਾਸ ਬੇਨਤੀ ਕਰ ਰਿਹਾ ਸੀ ਕਿ ਇਹ ਜਿਹੜਾ ਜਪ ਦਾ ਮਾਰਗ ਹੈ ਉਹ ਐਸਾ ਹੈ ਕਿ ਇੱਥੇ ਪ੍ਰੇਮ ਦੇਖਿਆ ਜਾਂਦਾ ਹੈ ਕਿ ਪ੍ਰੇਮ ਕਿਸ ਦੇ ਅੰਦਰ ਕਿੰਨਾ ਹੈ। ਉਸ ਦੀ ਜਿਹੜੀ ਪਦਵੀ ਹੈ ਉਸ ਨੂੰ ਤੋਲਿਆ ਜਾਂ ਮਿਣਿਆ ਨਹੀਂ ਜਾ ਸਕਦਾ। ਉਸ ਵਾਹਿਗੁਰੂ ਦੇ ਨਾਮ ਜਪਣ ਦਾ ਕੋਈ ਸਮਾਂ ਵੀ ਤੈਅ ਨਹੀਂ ਹੈ। ਵੈਸੇ ਗੁਰਮਤ ਦੇ ਅਨੁਸਾਰ ਸਤਿਗੁਰੂ ਸਾਹਿਬ ਜੀ ਨੇ ਜਿਹੜਾ ਅੰਮ੍ਰਿਤ ਵੇਲੇ ਦਾ ਜਾਪ ਹੈ ਉਸ ਨੂੰ ਵਧੇਰੇ ਪ੍ਰਧਾਨਤਾ ਦਿੱਤੀ ਹੈ, ਕਿਉਂਕਿ ਉਸ ਵੇਲੇ ਮਨ ਜਿਹੜਾ ਹੈ ਉਹ ਪਵਿੱਤਰਤਾਈ ਨੂੰ ਜ਼ਿਆਦਾ ਗ੍ਰਹਿਣ ਕਰਦਾ ਹੈ, ਜ਼ਿਆਦਾ ਟਿਕਾ ਦੇ ਵਿੱਚ ਆ ਜਾਂਦਾ ਹੈ। ਕਿਉਂਕਿ ਬਾਕੀ ਜਿਹੜਾ ਪਸ਼ੂ ਪੰਛੀ ਜਗਤ ਹੈ, ਹੋਰ ਜਿਹੜੇ ਸਾਧਨ ਨੇ, ਮੋਟਰ ਗੱਡੀਆਂ ਨੇ, ਉਹ ਬੰਦ ਹੁੰਦੀਆਂ ਨੇ ਤੇ ਜਿਸ ਦੇ ਕਰਕੇ ਜਿਹੜਾ ਧਿਆਨ ਹੈ ਉਹ ਜਲਦੀ ਇਕਾਗਰ ਹੋ ਜਾਂਦਾ ਹੈ। ਪਰ ਫਿਰ ਵੀ ਇਹ ਜਿਹੜਾ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ ਇਸ ਨੂੰ ਕਿਸੇ ਵੇਲੇ ਵੀ ਜਪਿਆ ਜਾ ਸਕਦਾ ਹੈ। ਬਾਤ ਸਿਰਫ ਪ੍ਰੇਮ ਦੀ ਹੈ। ਫਿਰ ਅਸੀਂ ਸਮਾਂ ਨਹੀਂ ਵਿਚਾਰ ਸਕਦੇ ਕਿ ਕਦੋਂ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪਿਆ ਜਾਵੇ। ਫਿਰ ਬਾਬਾ ਦਰਸ਼ਨ ਸਿੰਘ ਵਰਗੇ ਕਦੋਂ ਵੀ ਚਮਟਾ ਲੈ ਕੇ ਵਾਹਿਗੁਰੂ ਦਾ ਸਿਮਰਨ ਕਰਨ ਲੱਗ ਜਾਂਦੇ ਆ। ਉਹ ਸਮਾਂ ਨਹੀਂ ਵੇਖਦੇ, ਸਵੇਰ ਨਹੀਂ ਵੇਖਦੇ, ਰਾਤ ਨਹੀਂ ਵੇਖਦੇ। ਉਹ ਮਸਤੀ ਦੇ ਅੰਦਰ ਫਿਰ ਜਿਹੜਾ ਜਾਪ ਹੈ ਜਾਂ ਧਾਰਨਾ ਪੜਨ ਲੱਗ ਜਾਂਦੇ ਆ। ਸੰਗਤ ਵਿੱਚ ਬੈਠੇ ਹੋਏ ਮੌਜੂਦ ਨੇ। ਇਸ ਤਰੀਕੇ ਦੇ ਨਾਲ ਜਿਹੜਾ ਵਾਹਿਗੁਰੂ ਦਾ ਸਿਮਰਨ ਹੈ ਉਸ ਨੂੰ ਕੀਤਾ ਕਤਾਇਆ ਜਾਂਦਾ ਹੈ। ਉਸ ਦੇ ਲਈ ਇੱਕੋ ਮਨ ਨੂੰ ਸਮਝਾਉਣਾ ਕਰੀਏ ਕਿ ਸਾਡੇ ਕੋਲ ਬਹੁਤ ਜ਼ਿਆਦਾ ਸਮਾਂ ਨਹੀਂ ਹੈ। ਹਮ ਆਦਮੀ ਹਾਂ ਇੱਕ ਦਮੀ। ਅਸੀਂ ਕਿਹੜੇ ਸਾਲਾਂ ਦਾ ਜ਼ਿਕਰ ਕਰਦੇ ਹਾਂ, ਕਿਹੜੇ ਸਾਲਾਂ ਦੀ ਵਿਉਂਤ ਬੰਦੀ ਅਸੀਂ ਬਣਾ ਕੇ ਬੈਠੇ ਹਾਂ। ਸਾਨੂੰ ਆਪਣੇ ਖਿੰਨ ਸਮੇਂ ਦਾ ਪਤਾ ਨਹੀਂ ਕਿ ਕਦੋਂ ਅਸੀਂ ਕੁਰਸੀ ਤੇ ਬੈਠਿਆਂ ਉਲਟ ਜਾਣਾ ਹੈ। ਸਾਨੂੰ ਕੋਈ ਪਤਾ ਨਹੀਂ ਹੈ। ਇਸ ਲਈ ਮਨੁੱਖ ਦਾ ਜਿਹੜਾ ਹੰਕਾਰ ਹੈ ਇਹ ਜਿੰਨਾ ਚਿਰ ਨਾਸਤੋ ਨਾਬੂਦ ਨਹੀਂ ਹੁੰਦਾ ਉਹਨਾਂ ਚਿਰ ਜਪ ਨਹੀਂ ਕੀਤਾ ਜਾ ਸਕਦਾ। ਜਪਣ ਦੇ ਲਈ ਜਦੋਂ ਅਸੀਂ ਵਾਹਿਗੁਰੂ 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 ਦਾ ਸਿਮਰਨ ਕਰਦੇ ਹਾਂ, ਤਿੰਨ ਚੀਜ਼ਾਂ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਬਖਸ਼ੀਆਂ ਨੇ। ਇੱਕ ਬਾਣੀ, ਇੱਕ ਮੂਲ ਮੰਤਰ ਔਰ ਇੱਕ ਨਾਮ। ਇਹ ਤਿੰਨ ਚੀਜ਼ਾਂ ਨੂੰ ਸਮਝਣਾ ਬੜਾ ਜ਼ਰੂਰੀ ਹੈ ਕਿ ਜਿਵੇਂ ਅਸੀਂ ਬਾਣੀ ਦਾ ਪਾਠ ਕਰਦੇ ਹਾਂ, ਸਹਿਜ ਪਾਠ ਕਰਦੇ ਹਾਂ ਜਾਂ ਨਿਤਨੇਮ ਪੜ੍ਹਦੇ ਸੁਣਦੇ ਹਾਂ, ਇਹ ਇੱਕ ਤਰੀਕਾ ਹੈ ਗੁਰਬਾਣੀ ਦੇ ਨਾਲ ਜੁੜਨ ਦੇ ਲਈ। ਦੂਸਰਾ ਤਰੀਕਾ ਹੈ ਮੂਲ ਮੰਤਰ ਕਿ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਵੀ ਸੱਚ ਤੱਕ ਜਿਹੜਾ ਮੂਲ ਮੰਤਰ ਹੈ ਇਸ ਦਾ ਜਾਪ ਕੀਤਾ ਜਾਵੇ। ਤੇ ਤੀਸਰੀ ਵਿਧੀ ਸਤਿਗੁਰਾਂ ਨੇ ਬਖਸ਼ੀ ਹੈ ਵਾਹਿਗੁਰੂ। ਵਾਹਿਗੁਰੂ ਜਿਹੜਾ ਹੈ ਉਹ ਨਾਮ ਹੈ, ਵਾਹਿਗੁਰੂ ਗੁਰਮੰਤਰ ਹੈ। ਜਪ ਹਉਮੈ ਖੋਈ ਕਿ ਇਸ ਵਾਹਿਗੁਰੂ ਦੇ ਮੰਤਰ ਨੂੰ ਜਪਣ ਦੇ ਨਾਲ ਸਾਡੇ ਅੰਦਰੋਂ ਜਿਹੜੀ ਹਉਮੈ ਅਹੰਕਾਰ ਹੈ
ਉਸ ਦੀ ਜਿਹੜੀ ਨਿਵਰਤੀ ਹੈ ਉਹ ਹੋਣੀ ਸ਼ੁਰੂ ਹੋ ਜਾਂਦੀ ਹੈ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸਿੱਧਾਂ ਨੇ ਇੱਕ ਵਾਰ ਪ੍ਰਸ਼ਨ ਕੀਤਾ ਕਿ ਸਤਿਗੁਰੂ ਜੀਓ, ਤੁਸੀਂ ਇਹ ਜਿਹੜਾ ਮੰਤਰ ਬਖਸ਼ਿਆ ਹੈ, ਇਸ ਨੂੰ ਜਪਣ ਦੇ ਨਾਲ ਫਲ ਕੀ ਪ੍ਰਾਪਤ ਹੋਵੇਗਾ? ਤਦੋਂ ਸਤਿਗੁਰੂ ਸਾਹਿਬ ਜੀ ਨੇ ਇਸ ਮੰਤਰ ਦਾ ਫਲ ਦੱਸਦਿਆਂ ਹੋਇਆਂ ਬਚਨ ਕੀਤੇ। ਮੂਲ ਮੰਤਰ ਦੇ 99 ਕਰਕੇ ਵਿਚਾਰ ਦਰਸਾਈ ਕਿ ਉਹ ਜਿਹੜਾ ਵਾਹਿਗੁਰੂ ਨਿਰਵੈਰ ਹੈ, ਅਜੂਨੀ ਹੈ, ਸਹਿਭੰ ਜੋ ਪਰਮੇਸ਼ਰ ਹੈ, ਉਸ ਦਾ ਜਿਹੜਾ ਰੂਪ ਇੱਕ ਓੰਕਾਰ ਸਤਨਾਮ, ਉਸ ਦਾ ਜਿਹੜਾ ਮੰਤਰ ਹੈ, ਉਸ ਦਾ ਅਭਿਆਸ ਕਰਨ ਵਾਲਾ ਜਿਹੜਾ ਪੁਰਖ ਮੈਨੇ ਪੁਰਸ਼ ਜੀਵ ਹੈ, ਉਹ ਜਪ ਕਰਦਿਆਂ ਕਰਦਿਆਂ, ਅਭਿਆਸ ਕਰਦਿਆਂ ਕਰਦਿਆਂ ਨਿਰਭਉ ਨਿਰਵੈਰ ਸਹਿਭੰ ਅਜੂਨੀ ਦੀ ਜਿਹੜੀ ਅਵਸਥਾ ਹੈ, ਉਸ ਵਾਹਿਗੁਰੂ ਦਾ ਜਾਪ ਕਰਦਿਆਂ ਕਰਦਿਆਂ ਗੁਰੂ ਦੀ ਪ੍ਰਸਾਦ ਕਿਰਪਾ ਦੇ ਦੁਆਰਾ ਉਹ ਜਿਹੜਾ ਨਿਰਭਉ ਅਕਾਲ ਮੂਰਤ, ਜਿਹੜਾ ਕਰਤਾ ਪੁਰਖ ਹੈ, ਜਿਹੜਾ ਕਾਲ ਤੋਂ ਸਮੇਂ ਤੋਂ ਰਹਿਤ ਹੈ, ਐਸੇ ਸਰੂਪ ਵਾਲਾ ਉਸ ਨੂੰ ਕਰਤਾ ਮੈਨੇ ਕਰ ਦੇਣਾ ਕਰਦਾ ਹੈ। ਭਾਵ ਐਸਾ ਹੈ ਕਿ ਉਸ ਵਾਹਿਗੁਰੂ ਦਾ ਜਾਪ ਕਰਦਿਆਂ ਕਰਦਿਆਂ ਉਸ ਦਾ ਹੀ ਰੂਪ ਹੋ ਜਾਂਦਾ ਹੈ। ਇਹ ਵਾਰਤਾ ਇਦਾਂ ਹੁੰਦੀ ਹੈ ਕਿ ਜਿਵੇਂ ਇੱਕ ਵਾਰ ਦੀ ਗੱਲ ਹੈ ਕਿ ਜਿਹੜੀ ਲੂਣ ਦੀ ਡਲੀ ਨੇ ਅਹੰਕਾਰ ਕੀਤਾ ਕਿ ਮੈਂ ਜਿਹੜਾ ਸਮੁੰਦਰ ਹੈ ਇਸ ਨੂੰ ਮਾਪ ਲਵਾਂਗੀ। ਸਮੁੰਦਰ ਨੇ, ਉਸ ਲੂਣ ਦੀ ਡਲੀ ਨੇ ਆਪਣਾ ਆਪ ਸਮੁੰਦਰ ਦੇ ਵਿੱਚ ਸੁੱਟਿਆ। ਥੋੜੀ ਦੂਰੀ ਤੈਅ ਕੀਤੀ ਤੇ ਉਹ ਜਿਹੜਾ ਲੂਣ ਦੀ ਜਿਹੜੀ ਡਲੀ ਸੀ ਉਹ ਸਮੁੰਦਰ ਦੇ ਅੰਦਰ ਖੁਰ ਕਰਕੇ ਸਮੁੰਦਰ ਦਾ ਹੀ ਰੂਪ ਹੋ ਗਈ। ਉਹ ਆਖਰ ਬਾਹਰ ਆ ਕੇ ਕਿਸ ਨੂੰ ਦੱਸੇ ਕਿ ਸਮੁੰਦਰ ਕਿੰਨਾ ਕੁ ਡੂੰਘਾ ਹੈ, ਕਿਉਂਕਿ ਪਾਣੀ ਦੇ ਵਿੱਚ, ਸਮੁੰਦਰ ਦੇ ਅੰਦਰ ਔਰ ਉਸ ਲੂਣ ਦੀ ਡਲੀ ਦੇ ਅੰਦਰ ਕੋਈ ਭੇਦ ਹੀ ਨਹੀਂ ਰਹਿ ਜਾਂਦਾ। ਇਸ ਲਈ ਉਸ ਵਾਹਿਗੁਰੂ ਦਾ ਜਿਹੜਾ ਸਿਮਰਨ ਹੈ, ਉਸ ਨੂੰ ਕਰਨ ਦੇ ਨਾਲ ਉਸ ਦਾ ਹੀ ਜਿਹੜਾ ਰੂਪ ਹੈ ਉਹ ਜਾਪਕ, ਜਪ ਕਰਨ ਵਾਲਾ ਬਣ ਜਾਂਦਾ ਹੈ। ਫਿਰ ਉਸ ਨੂੰ ਇਹ ਬਾਬਤ ਪਤਾ ਨਹੀਂ ਲੱਗਦਾ। ਜਿਵੇਂ ਪਾਵਨ ਇਤਿਹਾਸ ਦੇ ਅੰਦਰ ਭਾਈ ਰਾਮ ਕੋਇਰ ਜੀ ਦੀ ਸਾਖੀ ਸਾਨੂੰ ਮਿਲਦੀ ਹੈ, ਜਿਨ੍ਹਾਂ ਨੇ ਅੰਮ੍ਰਿਤ ਛਕ ਕੇ, ਜਿਨ੍ਹਾਂ ਦਾ ਬਾਅਦ ਵਿੱਚ ਨਾਮ ਭਾਈ ਗੁਰਬਖਸ਼ ਸਿੰਘ ਪਿਆ ਸੀ। ਇਹ ਭਾਈ ਰਾਮ ਕੋਇਰ ਜੀ ਜੀਵਨ ਮੁਕਤ ਗਿਆਨੀ ਹੋਏ ਆ। ਇਹਨਾਂ ਨੇ ਪਰਮੇਸ਼ਰ ਵਾਹਿਗੁਰੂ ਦਾ ਜਾਪ ਕਰਦਿਆਂ ਕਰਦਿਆਂ ਇਹਨਾਂ ਦੀ ਐਸੀ ਅਵਸਥਾ ਬਣ ਗਈ ਕਿ ਇਹਨਾਂ ਨੂੰ ਬਾਹਰੀ ਤੌਰ ਤੇ ਕੁਝ ਵੀ ਪਤਾ ਨਹੀਂ ਲੱਗਦਾ ਸੀ। ਐਸੀ ਜਿਹੜੀ ਅਵਸਥਾ ਹੈ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਾਵਨ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦੱਤਾਤਰੇय ਦੀ ਕਥਾ ਲਿਖੀ ਹੈ। ਇਹ ਦੱਤਾਤਰੇय ਦੀ ਵੀ ਐਸੀ ਅਵਸਥਾ ਸੀ ਕਿ ਇੱਕ ਵਾਰ ਕੋਈ ਮਨੁੱਖ ਇਹਨਾਂ ਨੂੰ ਡੇਰੇ ਦੇ ਅੰਦਰ ਮਿਲਣ ਆਇਆ ਤੇ ਆ ਕੇ ਕੀ ਵੇਖਦਾ ਹੈ ਕਿ ਸਾਰੇ ਡੇਰੇ ਦੇ ਅੰਦਰ ਮਾਸ ਹੀ ਮਾਸ ਖਿੰਡਿਆ ਪਿਆ, ਮਾਸ ਦੀਆਂ ਬੋਟੀਆਂ ਹੀ ਬੋਟੀਆਂ ਖਿੰਡੀਆਂ ਪਈਆਂ ਨੇ। ਉਹ ਪੁੱਛਣ ਵਾਲੇ ਨੇ ਦੱਤਾਤਰੇय ਨੂੰ ਆਖਿਆ ਕਿ ਇਹ ਕੀ ਗੱਲ ਹੈ। ਉਸ ਨੇ ਜਦੋਂ ਵਾਰ-ਵਾਰ ਸਮਝਾਇਆ ਤੇ ਦੱਤਾਤਰੇय ਆਖਣ ਲੱਗਾ ਕਿ ਮੈਨੂੰ ਤੇ ਇਹ ਪਤਾ ਹੀ ਨਹੀਂ ਲੱਗਾ ਕਿ ਕੌਣ ਕਦੋਂ ਛਕ ਗਿਆ। ਉਹ ਆਖਣ ਲੱਗਾ ਕਿ ਮਹਾਂਪੁਰਖੋ, ਇਹ ਤੁਸੀਂ ਹੀ ਛਕਿਆ ਹੋਣਾ। ਤੁਸੀਂ ਹੋ ਸਕਦਾ ਕਿ ਇੱਕ ਅੱਧਾ ਮਾਸ ਦਾ ਟੁਕੜਾ ਛਕਿਆ ਹੋਵੇ ਤੇ ਤੁਹਾਡੇ ਸੇਵਕ ਉਦਾਂ ਹੀ ਲੱਗ ਗਏ ਨੇ। ਦੱਤਾਤਰੇय ਨੇ ਕੀ ਕੀਤਾ
ਫਿਰ ਇੱਕ ਦਿਨ ਆਪਣੇ ਕੰਨ ਦੇ ਅੰਦਰ ਚਾਂਦੀ ਦਾ ਜਿਹੜਾ ਸਿੱਕਾ ਢਾਲ ਕੇ ਉਹ ਪਵਾਇਆ। ਫਿਰ ਸੇਵਕਾਂ ਨੂੰ ਆਖਣ ਲੱਗੇ ਕਿ ਹੁਣ ਤੁਸੀਂ ਵੀ ਮੇਰੀ ਰੀਸ ਕਰੋ। ਭਾਵ ਉਹ ਅਵਸਥਾ ਹੀ ਐਸੀ ਬਣ ਆਉਂਦੀ ਹੈ ਕਿ ਆਪਣੇ ਆਪੇ ਦੀ ਸੁੱਧ ਬੁੱਧ ਨਹੀਂ ਰਹਿੰਦੀ। ਤੇ ਭਾਈ ਰਾਮ ਕੋਇਰ ਜੀ ਦੀ ਐਸੀ ਅਵਸਥਾ ਬਣ ਆਈ ਸੀ ਕਿ ਰਾਜੇ ਨੇ ਪਰਖ ਕਰਨ ਦੇ ਵਾਸਤੇ ਬਹੁਤ ਜਿਹੜੀ ਅਵੈੜੀ ਘੋੜੀ ਸੀ, ਆਖਿਆ ਕਿ ਇਹ ਅਸੀਂ ਦਾਨ ਦੇ ਵਿੱਚ ਦੇਣੀ ਹੈ। ਤੇ ਭਾਈ ਰਾਮ ਕੋਇਰ ਜੀ ਨੂੰ ਬੜੇ ਸਤਿਕਾਰ ਦੇ ਨਾਲ ਆਪਣੇ ਪਾਸ ਬੁਲਾਇਆ ਤੇ ਚਤੁਰਾਈ ਦੇ ਨਾਲ ਆਖਿਆ ਕਿ ਇਹ ਜਿਹੜੀ ਘੋੜੀ ਹੈ, ਜਦੋਂ ਇਸ ਦੇ ਉੱਪਰ ਸਵਾਰ ਹੋਣਗੇ ਇਹ ਤੇ ਵੱਡਿਆਂ ਵੱਡਿਆਂ ਨੂੰ ਮਾਰ ਮੁਕਾਉਂਦੀ ਹੈ। ਆਪਣੇ ਆਪ ਭਾਈ ਰਾਮ ਕੋਇਰ ਜੀ ਡਿੱਗ ਕੇ ਉਹਨਾਂ ਦੇ ਸੱਟ ਲੱਗ ਜਾਵੇਗੀ, ਆਪੇ ਉਹਨਾਂ ਦੀ ਸ਼ੋਭਾ ਘਟੇਗੀ। ਜਦੋਂ ਘੋੜੀ ਦੇ ਉੱਪਰ ਭਾਈ ਰਾਮ ਕੋਇਰ ਜੀ ਬੈਠੇ, ਪਾਈ ਹੋਈ ਜਿਹੜੀ ਲਗਾਮ ਸੀ ਉਸ ਨੂੰ ਵੀ ਲਾ ਦਿੱਤਾ। ਬਿਨਾਂ ਲਗਾਮ ਤੋਂ ਜਿਹੜੀ ਘੋੜੀ ਹੈ ਉਹ ਐਨ ਸ਼ਾਂਤ ਹੋ ਕੇ ਰੇਵੀਆ ਚਾਲ ਦੇ ਅੰਦਰ ਚੱਲਣ ਲੱਗ ਪਈ, ਕਿਉਂਕਿ ਉਹ ਮਹਾਪੁਰਖ ਪਰਮੇਸ਼ਰ ਵਾਹਿਗੁਰੂ ਦਾ ਰੂਪ ਬਣ ਕਰਕੇ ਮੂਲ ਮੰਤਰ ਦਾ ਜਾਪ ਕਰਦਿਆਂ ਕਰਦਿਆਂ ਮੂਲ ਮੰਤਰ ਦਾ, ਤੇ ਮੂਲ ਮੰਤਰ ਜਿਹੜਾ ਹੈ ਉਹ ਵਾਹਿਗੁਰੂ ਦਾ ਮੰਤਰ ਹੈ, ਤੇ ਵਾਹਿਗੁਰੂ ਦਾ ਹੀ ਜਿਹੜਾ ਰੂਪ ਹੋ ਕਰਕੇ ਅਭੇਦ ਅਵਸਥਾ ਨੂੰ ਪ੍ਰਾਪਤ ਕਰ ਲੈਂਦੇ ਆ। ਫਿਰ ਉਹ ਸੰਸਾਰੀ ਤੌਰ ਤੇ ਜਿਹੜੇ ਝਗੜੇ ਝਮੇਲੇ ਹਨ ਉਹਨਾਂ ਦੇ ਅੰਦਰ ਖਚਤ ਨਹੀਂ ਹੋਣਾ ਕਰਦੇ। ਸਤਿਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਨੇ ਤਾਂ ਕਰਕੇ ਸਾਨੂੰ ਵਾਰ-ਵਾਰ ਇਹ ਸਮਝਾਇਆ ਹੈ ਕਿ ਇਹ ਹਰੀ ਵਾਹਿਗੁਰੂ ਦਾ ਜਿਹੜਾ ਨਾਮ ਹੈ, ਜਪ ਹੈ, ਇਸ ਨੂੰ ਭਾਈ ਜਪਣਾ ਕਰੋ। ਇਸ ਦੇ ਨਾਲ ਹੀ ਸਾਡੇ ਜੀਵਨ ਦਾ ਜਿਹੜਾ ਛੁਟਕਾਰਾ ਹੈ ਇਹ ਹੋ ਸਕਦਾ ਹੈ। ਹਰ ਹਰ ਨਾਮ ਜਪੰਤਿਆ ਕਛ ਨਾ ਕਹਿ ਜਮ ਕਾਲ। ਇਸ ਹਰੀ ਵਾਹਿਗੁਰੂ ਦੇ ਜਪ ਨੂੰ ਕਰਨ ਦੇ ਨਾਲ ਜਿਹੜੇ ਜਮਦੂਤ ਹਨ ਉਹ ਵੀ ਕੁਝ ਨਹੀਂ ਆਖਦੇ, ਉਹ ਵੀ ਪ੍ਰਭਾਵਿਤ ਨਹੀਂ ਕਰ ਸਕਦੇ। ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ। ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਤਾ। ਕਿ ਵਾਹਿਗੁਰੂ ਦਾ ਸਿਮਰਨ ਜਿਹੜੇ ਵੀ ਕਰਦੇ ਹਨ, ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ। ਅੱਜ ਅਸੀਂ ਆਖਦੇ ਹਾਂ ਕਿ ਸਾਡੇ ਕੋਈ ਕਾਰ ਵਿਹਾਰ ਪੂਰੇ ਨਹੀਂ ਹੁੰਦੇ। ਅਸੀਂ ਅੱਜ ਸ਼ੰਕਾ ਕਰਦੇ ਹਾਂ ਕਿ ਸਾਨੂੰ ਮਨ ਦੀ ਸ਼ਾਂਤੀ ਕਿਉਂ ਨਹੀਂ ਮਿਲਦੀ। ਆਪਾਂ ਇਹ ਕਿਉਂ ਨਹੀਂ ਵਿਚਾਰ ਕਰਦੇ ਕਿ ਆਪਾਂ ਬੈਠ ਕੇ ਸਿਮਰਨ ਕਿੰਨਾ ਚਿਰ ਕਰਦੇ ਹਾਂ। ਆਪਾਂ ਇਹ ਕਿਉਂ ਨਹੀਂ ਸੋਚਦੇ ਕਿ ਬੈਠ ਕੇ ਅਸੀਂ ਗੁਰਬਾਣੀ ਦਾ ਪਾਠ ਕਿੰਨਾ ਚਿਰ ਸੁਣਦੇ ਹਾਂ। ਅਸੀਂ ਇਹ ਕਿਉਂ ਨਹੀਂ ਵਿਚਾਰ ਕਰਦੇ ਕਿ ਅਸੀਂ ਵਾਹਿਗੁਰੂ ਦੇ ਸਿਮਰਨ ਦੇ ਕਿੰਨੇ ਕੁ ਧਾਰਨੀ ਹਾਂ। ਜਿਵੇਂ ਆਪਾਂ ਮਹਾਪੁਰਖਾਂ ਦੇ ਅਸਥਾਨਾਂ ਦੇ ਉੱਪਰ ਵੇਖਦੇ ਹਾਂ ਕਿ ਜਦੋਂ ਕਿਧਰੇ ਪ੍ਰਸ਼ਾਦਾ ਪਾਣੀ ਵੀ ਵਰਤਾਇਆ ਜਾਂਦਾ ਹੈ, ਉਹ ਪਹਿਲਾਂ ਆਖਦੇ ਆ ਕਿ ਭਾਈ 10 15 20 ਮਿੰਟ ਅੱਧਾ ਘੰਟਾ ਬੈਠ ਕੇ ਜਾਪ ਕਰੋ। ਉਹ ਤਰੀਕਾ ਹੁੰਦਾ ਹੈ ਕਿ ਉਸ ਬਹਾਨੇ ਦੇ ਨਾਲ ਨਾਲੇ ਨਾਮ ਜਪਿਆ ਜਾਂਦਾ ਹੈ ਤੇ ਨਾਲੇ ਪ੍ਰਸ਼ਾਦਾ ਪਾਣੀ ਪਵਿੱਤਰ ਹੁੰਦਾ ਹੈ। ਸਤਿਗੁਰੂ ਸਾਹਿਬ ਜੀ ਦਾ ਇਹ ਬਖਸ਼ਿਸ਼ ਕੀਤਾ ਹੋਇਆ ਜਿਹੜਾ ਜਪ ਸ਼ਬਦ ਹੈ, ਇਸ ਨੂੰ ਜਪਣ ਦੇ ਨਾਲ ਹੀ ਸਤਿਗੁਰੂ ਸਾਹਿਬ ਜੀ ਦੀ ਵਿਚਾਰ ਅਸੀਂ ਪ੍ਰਾਰੰਭ ਕੀਤੀ ਸੀ ਕਿ ਜਪਹੁ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਇਸ ਜਾਪ ਤੋਂ ਬਿਨਾ ਬਾਕੀ ਦੇ ਜਿੰਨੇ ਵੀ ਕੰਮ ਧੰਦੇ ਨੇ ਉਹ ਨਿਰਾਫਲ ਹਨ। ਇਹ ਵੀ ਨਹੀਂ ਕਿ ਅਸੀਂ ਕੰਮਾਂ ਧੰਦਿਆਂ ਨੂੰ ਛੱਡ ਦੇਣਾ ਹੈ, ਫਰਜ਼ਾਂ ਤੋਂ ਦੂਰ ਭੱਜ ਜਾਣਾ ਹੈ।
ਪਰ ਸੂਖਸ਼ਮ ਬਿਰਤੀ ਦੇ ਨਾਲ ਵਿਚਾਰ ਨੂੰ ਸਮਝਣ ਦੀ ਲੋੜ ਹੈ ਕਿ ਅਸੀਂ ਸੰਸਾਰੀ ਤੌਰ ਤੇ ਜਿੰਨਾ ਵੀ ਪੈਸਾ ਟਕਾ ਕਮਾਉਣੇ ਆ, ਉਹ ਮਾਨੋ ਸਾਡੀਆਂ ਸਰੀਰ ਦੀਆਂ ਲੋੜਾਂ ਨੇ, ਸਾਡੇ ਪਰਿਵਾਰ ਦੀ ਪਰਵਰਿਸ਼ ਹੈ। ਉਸ ਦਾ ਧਾਰਮਿਕ ਲੇਖੇ ਜੋਖੇ ਦੇ ਨਾਲ ਕੋਈ ਸੰਬੰਧ ਨਹੀਂ ਹੈ। ਸਤਿਗੁਰੂ ਸਾਹਿਬ ਜੀ ਨੇ ਤਾਂ ਉਸ ਦੇ ਲਈ ਇੱਥੋਂ ਤੱਕ ਤਾੜਨਾ ਕਰ ਦਿੱਤੀ ਹੈ ਕਿ ਜੇ ਕੋਈ ਇਹ ਸੋਚਦਾ ਹੈ ਇਸ ਮੋਹ ਮਾਇਆ ਦੇ ਅੰਦਰ ਪਿਆ ਹੋਇਆ ਹੈ ਕਿ ਸਿਰਫ ਮਾਇਕੀ ਪਦਾਰਥਾਂ ਦਾ ਮੋਹਿਤ ਹੋ ਕਰਕੇ ਮਾਇਆ ਦੀ ਜਿਹੜੀ ਕਮਾਈ ਹੈ ਉਸ ਨੂੰ ਮਾੜੇ ਕਰਮ ਕਰਕੇ, ਮਾੜੇ ਢੰਗ ਤਰੀਕਿਆਂ ਦੇ ਨਾਲ ਵਰਤ ਕਰਕੇ ਕਰਦਾ ਹੈ, ਉਸ ਨੂੰ ਸਤਿਗੁਰੂ ਸਾਹਿਬ ਜੀ ਦਾ ਉਪਦੇਸ਼ ਹੈ ਕਿ ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪਹਿ ਆਨ ਲੁਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪਹਿ ਲੀਜੈ। ਕਿ ਮਨੁੱਖ ਮਾਇਆ ਦੇ ਅੰਦਰ, ਮੋਹ ਦੇ ਅੰਦਰ ਮੋਹਿਤ ਹੋਇਆ ਕੀ ਕਰਦਾ ਹੈ ਕਿ ਬੜੇ ਬੜੇ ਯਤਨ ਕਰਕੇ, ਠੱਗੀਆਂ ਠੋਰੀਆਂ ਮਾਰ ਕਰਕੇ ਜਿਹੜਾ ਪਰਾਇਆ ਪੈਸਾ ਹੈ ਉਸ ਨੂੰ ਕਮਾ ਕੇ ਲਿਆਉਂਦਾ ਹੈ। ਫਿਰ ਕੀ ਕਰਦਾ ਹੈ? ਸੁਤ ਦਾਰਾ ਪਹਿ ਆਣ ਲੁਟਾਵੇ। ਆਪਣੇ ਜਿਹੜੇ ਪਰਿਵਾਰ ਦੇ ਮੈਂਬਰ ਨੇ, ਪੁੱਤਰ ਧੀਆਂ ਨੇ, ਘਰ ਵਾਲੀ ਹੈ, ਉਸ ਦੇ ਉੱਪਰੋਂ ਲੁਟਾਉਂਦਾ ਹੈ। ਪਰ ਸਤਿਗੁਰੂ ਸਾਹਿਬ ਜੀ ਹਦਾਇਤ ਕਰਦੇ ਨੇ, ਮਨ ਮੇਰੇ ਭੂਲੇ। ਦੇਖੋ, ਇੱਥੇ ਵਿਚਾਰ ਨੂੰ ਸਮਝ ਲੈਣਾ ਬੜਾ ਲਾਜ਼ਮੀ ਹੈ ਕਿ ਜਿਹੜਾ ਪੈਸਾ ਹੈ ਉਹ ਤਾਂ ਸਰੀਰ ਦਾ ਧਰਮ ਹੈ, ਸਰੀਰ ਦੇ ਕੰਮ ਆਉਂਦਾ ਹੈ, ਪਰ ਉਪਦੇਸ਼ ਜਿਹੜਾ ਹੈ ਉਹ ਸਤਿਗੁਰੂ ਜੀ ਮਨ ਨੂੰ ਦੇ ਰਹੇ ਨੇ ਕਿ ਮਨ ਮੇਰੇ ਭੂਲੇ ਕਪਟ ਨਾ ਕੀਜੈ। ਜੇ ਕਰਕੇ ਸਰੀਰ ਪੈਸਾ ਕਮਾਉਂਦਾ ਹੈ ਤੇ ਸਰੀਰ ਨੂੰ ਆਖਣਾ ਚਾਹੀਦਾ ਸੀ ਕਿ ਤਨ ਮੇਰੇ ਭੂਲੇ, ਪਰ ਸਤਿਗੁਰੂ ਸਾਹਿਬ ਜੀ ਨੇ ਇਸ ਸਰੀਰ ਦਾ ਜਿਹੜਾ ਰਾਜਾ ਹੈ ਉਸ ਨੂੰ ਉਪਦੇਸ਼ ਦਿੱਤਾ ਹੈ ਕਿ ਜੇ ਰਾਜਾ ਵਸ ਦੇ ਵਿੱਚ ਆ ਜਾਵੇ ਬਾਕੀ ਆਪਣੇ ਆਪ ਆ ਜਾਂਦੇ ਆ। ਤਾਂ ਕਰਕੇ ਸਤਿਗੁਰੂ ਜੀ ਨੇ ਆਖਿਆ ਹੈ ਕਿ ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪਹਿ ਲੀਜੈ। ਕਿ ਅੰਤਹ ਨੂੰ ਜਿਹੜਾ ਲੇਖਾ ਜੋਖਾ ਹੈ ਉਹ ਤੇਰੀ ਆਤਮਾ, ਤੇਰੇ ਮਨ ਦੇ ਕੋਲੋਂ, ਤੇਰੇ ਸੂਖਸ਼ਮ ਸਰੀਰ ਦੇ ਕੋਲੋਂ ਲਿਆ ਜਾਣਾ ਹੈ, ਜਿਹੜਾ 17 ਤੱਤਾਂ ਦਾ ਬਣਿਆ ਹੋਇਆ, ਜਿਸ ਨੇ ਅੱਗੇ ਪਰਮੇਸ਼ਰ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਜਾਣਾ ਹੈ। ਤਾਂ ਕਰਕੇ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਇਹ ਜਪ ਸ਼ਬਦ ਦੀ ਜਿਹੜੀ ਵਿਆਖਿਆ ਹੈ ਇਸ ਦੀ ਵਿਚਾਰ ਦੇ ਨਾਲ ਜੋੜਿਆ ਹੈ ਕਿ ਉਹ ਵਾਹਿਗੁਰੂ ਜਿਹੜਾ ਬੇਅੰਤ ਸ਼ਕਤੀਆਂ ਦਾ ਮਾਲਕ ਹੈ, ਬੇਅੰਤ ਗੁਣਾਂ ਦਾ ਧਾਰਨੀ ਹੈ, ਉਸ ਵਾਹਿਗੁਰੂ ਦਾ ਜਿਹੜਾ ਨਾਮ ਹੈ ਉਹ ਜਪਣਾ ਕਰੋ। ਇਸ ਦੇ ਨਾਲ ਹੀ ਸਾਡਾ ਜਿਹੜਾ ਇਹ ਮਨੁੱਖਾ ਜਨਮ ਹੈ ਉਹ ਸਫਲਾ ਹੋ ਸਕਦਾ ਹੈ। ਜਪ ਕਰਨ ਦੀ ਜਿਹੜੀ ਵਿਧੀ ਹੈ ਉਹ ਆਪਾਂ ਪਾਵਨ ਕਥਾ ਦੀ ਸ਼ੁਰੂਆਤ ਦੇ ਅੰਦਰ ਵੀ ਵਿਚਾਰ ਕੀਤੀ ਸੀ। ਇੱਥੇ ਜਪ ਸ਼ਬਦ ਦੀ ਵਿਆਖਿਆ ਦੇ ਅੰਦਰ ਉਹ ਦੁਬਾਰਾ ਬਚਨ ਦੁਹਰਾ ਲੈਂਦੇ ਆ ਕਿ ਆਮ ਕਰਕੇ ਸਾਡਾ ਬਹਾਨਾ ਹੁੰਦਾ ਹੈ ਕਿ ਸਾਡੇ ਕੋਲ ਨਾਮ ਜਪਣ ਦਾ ਸਮਾਂ ਨਹੀਂ, ਪਰ ਪਾਵਨ ਗੁਰਬਾਣੀ ਦੇ ਅੰਦਰ 2 ਪੰਕਤੀਆਂ ਐਸੀਆਂ ਆਈਆਂ ਨੇ ਜਿਹੜੀਆਂ ਸਾਨੂੰ ਦਰਸਾਉਂਦੀਆਂ ਨੇ ਕਿ ਜੇ ਅਸੀਂ ਸਮੇਂ ਦੀ ਸੰਭਾਲ ਕਰੀਏ, ਢੰਗ ਤਰੀਕਾ ਵਰਤ ਲਈਏ ਤੇ ਸਾਡੇ ਕੋਲ ਸਮਾਂ ਹੀ ਸਮਾਂ ਹੁੰਦਾ ਹੈ ਨਾਮ ਜਪਣ ਦਾ। ਉਹ ਪਾਵਨ ਪੰਕਤੀਆਂ ਹਨ, ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਕਿ ਜਦੋਂ ਅਸੀਂ ਸਵੇਰ ਦੇ ਵੇਲੇ ਉੱਠਦੇ ਹਾਂ
ਉੱਠਦਿਆਂ ਸਾਰ ਵਾਹਿਗੁਰੂ ਦਾ ਜਿਹੜਾ ਸਿਮਰਨ ਹੈ ਉਹ ਕੀਤਾ ਜਾ ਸਕਦਾ ਹੈ, ਕਿਉਂਕਿ ਕੋਈ ਵੀ ਮਨੁੱਖ ਐਸਾ ਨਹੀਂ ਹੁੰਦਾ ਕਿ ਜਿਹੜਾ ਜਾਗ ਆਉਂਦਿਆਂ ਸਾਰ ਮੰਜੇ ਤੋਂ ਉੱਠ ਕੇ ਤੁਰ ਪੈਂਦਾ ਹੈ। ਠੰਡਾਂ ਦੇ ਦਿਨਾਂ ਦੇ ਅੰਦਰ ਮਨੁੱਖ ਜਾਗ ਆਉਣ ਤੋਂ ਬਾਅਦ ਕੋਈ ਅੱਧਾ ਘੰਟਾ, ਕੋਈ 15-20 ਮਿੰਟ ਹੋਰ ਵਧੇਰੇ ਪਿਆ ਰਹਿੰਦਾ ਹੈ। ਉਸੇ ਸਮੇਂ ਦੀ ਸੰਭਾਲ ਕਰਕੇ ਅਸੀਂ ਵਾਹਿਗੁਰੂ ਵਾਹਿਗੁਰੂ ਮੰਤਰ ਦਾ ਜਾਪ ਕਰ ਸਕਦੇ ਹਾਂ। ਦੂਸਰਾ ਸ਼ਬਦ ਸਤਿਗੁਰਾਂ ਨੇ ਵਰਤਿਆ ਹੈ ਉਠਤ ਬੈਠਤ, ਕਿ ਜਦੋਂ ਅਸੀਂ ਪ੍ਰਸ਼ਾਦਾ ਪਾਣੀ ਛਕਣ ਬੈਠਦੇ ਹਾਂ ਜਾਂ ਵੈਸੇ ਅਸੀਂ ਬੈਠੇ ਹੋਏ ਹਾਂ, ਉਸ ਸਮੇਂ ਅਸੀਂ ਵਾਹਿਗੁਰੂ ਦਾ ਜਿਹੜਾ ਜਾਪ ਹੈ ਉਸ ਨੂੰ ਕਰਾ ਸਕਦੇ ਹਾਂ। ਤੀਸਰਾ ਸ਼ਬਦ ਵਰਤਿਆ ਹੈ ਸੋਵਤ ਧਿਆਈਐ, ਕਿ ਰਾਤ ਨੂੰ ਜਦੋਂ ਸੌਣ ਲੱਗਿਆਂ ਕੋਈ ਵੀ ਮਨੁੱਖ ਐਸਾ ਹੋਵੇਗਾ ਜਿਸ ਨੂੰ ਲੰਮੇ ਪੈਣ ਸਾਰ ਨੀਂਦ ਆ ਜਾਂਦੀ ਹੈ। ਪੈਣ ਤੋਂ ਬਾਅਦ ਨੀਂਦ ਆਉਣ ਦੇ ਵਿੱਚ ਕਿਸੇ ਨੂੰ 5 ਮਿੰਟ, 10 ਮਿੰਟ, 15 ਮਿੰਟ ਸਰੀਰਕ ਉਮਰ ਦੇ ਹਿਸਾਬ ਦੇ ਨਾਲ ਜ਼ਿਆਦਾ ਸਮਾਂ ਵੀ ਲੱਗ ਜਾਂਦਾ ਹੈ। ਉਸੇ ਸਮੇਂ ਦੇ ਅੰਦਰ ਅਸੀਂ ਵਾਹਿਗੁਰੂ ਦਾ ਜਿਹੜਾ ਨਾਮ ਹੈ ਉਸ ਨੂੰ ਜਪ ਸਕਦੇ ਹਾਂ। ਦੂਸਰੀ ਪੰਕਤੀ ਹੈ ਮਾਰਗ ਚਲਤ ਹਰੇ ਹਰ ਗਾਈਐ, ਕਿ ਜਦੋਂ ਅਸੀਂ ਰਸਤੇ ਦੇ ਉੱਪਰ ਪੈਦਲ ਚੱਲਦੇ ਹਾਂ, ਪੈਰਾਂ ਦੀ ਚਾਲ ਦੇ ਨਾਲ ਅਸੀਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰ ਸਕਦੇ ਹਾਂ। ਜਾਂ ਅਸੀਂ ਜਦੋਂ ਮੋਟਰ ਗੱਡੀ ਤੇ ਬਾਹਰ ਜਾਂਦੇ ਹਾਂ, ਉਸ ਸਮੇਂ ਅਸੀਂ ਜਿਹੜੇ ਹੋਰ ਕਈ ਪ੍ਰਕਾਰ ਦੇ ਗਾਣੇ ਧਾਣੇ ਹਨ ਉਹਨਾਂ ਤੋਂ ਗੁਰੇਜ਼ ਕਰਕੇ ਅਸੀਂ ਵਾਹਿਗੁਰੂ ਦਾ ਸਿਮਰਨ ਕਰ ਸਕਦੇ ਹਾਂ ਜਾਂ ਸੁਣ ਸਕਦੇ ਹਾਂ। ਇਹ 2 ਪੰਕਤੀਆਂ ਹਨ, ਅਸੀਂ ਯਾਦ ਕਰ ਲਈਏ ਤੇ ਅਸੀਂ ਇਹ ਵਿਚਾਰਾਂਗੇ ਕਿ ਸਾਡੇ ਕੋਲ ਬਹੁਤ ਸਮਾਂ ਹੁੰਦਾ ਹੈ। ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਇਸ ਤੋਂ ਬਾਅਦ ਮਾਤਾਵਾਂ ਭੈਣਾਂ ਜਿਵੇਂ ਘਰ ਦੇ ਅੰਦਰ ਕੰਮ ਕਾਜ ਕਰਦੀਆਂ ਨੇ, ਝਾੜੂ ਪੋਚਾ ਲਾਉਂਦੀਆਂ ਹੋਈਆਂ, ਪ੍ਰਸ਼ਾਦਾ ਪਾਣੀ ਪਕਾਉਂਦੀਆਂ ਹੋਈਆਂ ਵਾਹਿਗੁਰੂ ਦਾ ਸਿਮਰਨ ਕਰ ਸਕਦੀਆਂ ਨੇ। ਦਾਸ ਇੱਥੇ ਵੀ ਬੇਨਤੀ ਕਰਦਾ ਹੁੰਦਾ, ਜਿਹੜੀਆਂ ਮਾਤਾਵਾਂ ਭੈਣਾਂ ਪ੍ਰਸ਼ਾਦਾ ਪਕਾਉਂਦੀਆਂ ਨੇ, ਕਈ ਵਾਰ ਜਾ ਕੇ ਉਹਨਾਂ ਨੂੰ ਜਾਪ ਕਰਵਾਇਆ ਵੀ ਹੈ, ਪਰ ਚਲੋ ਮਾਹੌਲ ਇਦਾਂ ਦਾ ਹੈ ਕਿ ਜਦੋਂ ਜ਼ਿਆਦਾ ਕਹੀਏ ਫਿਰ ਗੁੱਸਾ ਵੀ ਕਰ ਜਾਂਦੇ ਕਈ ਲੋਕ। ਇਸ ਲਈ ਇਹ ਸਤਿਗੁਰੂ ਸਾਹਿਬ ਜੀ ਦੀ ਇੱਕ ਧਾਰਨਾ ਹੈ ਕਿ ਜਦੋਂ ਵੀ ਪ੍ਰਸ਼ਾਦਾ ਪਾਣੀ ਪਕਾਇਆ ਜਾਵੇ, ਨਾਲ ਨਾਲ ਜਿਹੜਾ ਸਿਮਰਨ ਹੈ ਇਸ ਨੂੰ ਜ਼ਰੂਰ ਕੀਤਾ ਜਾਵੇ। ਤੇ ਜਦੋਂ ਪ੍ਰਸ਼ਾਦਾ ਪਾਣੀ ਵਰਤਾਇਆ ਵੀ ਜਾਵੇ, ਇਹ ਨਹੀਂ ਕਿ ਸਾਰਿਆਂ ਨੂੰ ਗਾਲਾਂ ਕੱਢ ਕੇ ਭਜਾ ਦੇਣਾ। ਜਿਹੜੀ ਵੀ ਸੰਗਤ ਦੇ ਅੰਦਰ ਗੁਰੂ ਕੀ ਸੰਗਤ ਆ ਜਾਵੇ, ਉਸ ਨੂੰ ਬੜੇ ਪ੍ਰੇਮ ਦੇ ਨਾਲ ਆਖਣਾ ਕਿ ਇਹ ਗੁਰੂ ਦਾ ਰੂਪ ਹੈ। ਦੇਖੋ 2 ਗੱਲਾਂ ਨੇ। ਸਤਿਗੁਰੂ ਸਾਹਿਬ ਜੀ ਨੇ ਸਾਨੂੰ ਲੰਗਰ ਦੀ ਜਿਹੜੀ ਦਾਤ ਹੈ ਉਹ ਬਖਸ਼ਿਸ਼ ਕੀਤੀ ਹੈ। ਲੰਗਰ ਦੀ ਦਾਤ ਇੰਨੀ ਕੁ ਪਿਆਰੀ ਹੈ, ਪਵਿੱਤਰ ਹੈ ਕਿ ਇਹ ਤੁਹਾਨੂੰ ਦੁਨੀਆ ਦੇ ਹੋਰ ਕਿਸੇ ਕੋਨੇ, ਕਿਸੇ ਧਰਮ ਦੇ ਅੰਦਰ ਮੌਜੂਦ ਨਹੀਂ ਮਿਲੇਗੀ। ਤੇ ਲੰਗਰ ਦੀ ਜਿਹੜੀ ਮਰਿਆਦਾ ਇਹ ਹੈ, ਇੱਥੇ ਊਚ ਨੀਚ ਨਹੀਂ ਵੇਖੀ ਜਾਂਦੀ। ਇੱਥੇ ਇਹ ਨਹੀਂ ਵੇਖਿਆ ਜਾਂਦਾ ਕਿ ਕੌਣ ਅਨਪੜ੍ਹ ਹੈ ਤੇ ਕਿਹੜਾ ਪੜ੍ਹਿਆ ਲਿਖਿਆ ਹੈ। ਸਤਿਗੁਰੂ ਸਾਹਿਬ ਜੀ ਦਾ ਪਾਵਨ ਜਿਹੜਾ ਲੰਗਰ ਹੈ, ਜਦੋਂ ਵੀ ਕੋਈ ਲੰਗਰ ਦੇ ਵਿੱਚ ਆ ਜਾਵੇ ਉਸ ਨੂੰ ਗੁਰੂ ਦਾ ਰੂਪ ਕਰਕੇ ਜਾਣਨਾ। ਜਿਵੇਂ ਆਪਾਂ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਦੀ ਸਾਖੀ ਜਾਣਦੇ ਹਾਂ। ਪਾਵਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਰਿਆਂ ਨੂੰ ਇੱਕ ਦਿਨ ਪੁੱਛਿਆ, ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ, ਕਿ ਭਾਈ ਜਿੱਥੇ ਜਿੱਥੇ ਤੁਹਾਡੀਆਂ ਸੇਵਾਵਾਂ ਲਾਈਆਂ ਨੇ ਤੁਸੀਂ ਨਿਭਾ ਰਹੇ ਹੋ,
ਸਾਰਿਆਂ ਨੇ ਆਖਿਆ ਕਿ ਹਾਂਜੀ ਸਤਿਗੁਰੂ ਜੀ, ਤੁਹਾਡੀਆਂ ਲਾਈਆਂ ਹੋਈਆਂ ਸੇਵਾਵਾਂ ਨੂੰ ਅਸੀਂ ਬਾਖੂਬੀ ਨਿਭਾ ਰਹੇ ਹਾਂ। ਪ੍ਰਸ਼ਾਦਾ ਪਾਣੀ ਜੋ ਵੀ ਆਉਂਦਾ ਉਸ ਨੂੰ ਛਕਾਉਣੇ ਆ। ਸਤਿਗੁਰੂ ਸਾਹਿਬ ਜੀ ਇੱਕ ਦਿਨ ਭੇਸ ਬਦਲ ਕਰਕੇ ਸਾਰਿਆਂ ਦੇ ਜਿਹੜੇ ਲੰਗਰਾਂ ਦੇ ਵਿੱਚ ਗਏ। ਬਹੁਤ ਤੜਕੇ ਮੂੰਹ ਹਨੇਰੇ ਪਹੁੰਚ ਗਏ ਤੇ ਜਾ ਕੇ ਆਖਿਆ ਕਿ ਬਹੁਤ ਭੁੱਖ ਲੱਗੀ ਹੈ, ਪ੍ਰਸ਼ਾਦਾ ਪਾਣੀ ਦਿਓ। ਕਿਸੇ ਨੇ ਆਖਿਆ ਕਿ ਵਿਹਲੜ ਆ ਗਿਆ ਹੈ, ਹਜੇ ਕੋਈ ਪ੍ਰਸ਼ਾਦੇ ਦਾ ਸਮਾਂ ਹੈ। ਕਿਸੇ ਨੇ ਆਖਿਆ ਕਿ ਹਜੇ ਦੇਰ ਲੱਗੇਗੀ, ਹਜੇ ਪ੍ਰਸ਼ਾਦਾ ਤਿਆਰ ਨਹੀਂ ਹੈ, ਤੁਸੀਂ ਫੇਰ ਆ ਜਾਣਾ। ਬਹੁਤਿਆਂ ਨੇ ਇਦਾਂ ਆਖ ਕੇ ਭੇਸ ਵਟਾਏ ਹੋਏ ਦਸ਼ਮੇਸ਼ ਪਿਤਾ ਜੀ ਨੂੰ ਮੋੜ ਦਿੱਤਾ। ਸ਼ਹੀਦੀ ਬਾਗ ਜਿਹੜਾ ਅਸਥਾਨ ਹੈ, ਉੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਨੰਦ ਲਾਲ ਸਾਹਿਬ ਜੀ ਦੀ ਪਰਖ ਕੀਤੀ। ਭਾਈ ਨੰਦ ਲਾਲ ਸਾਹਿਬ ਜੀ ਸ਼ਹੀਦੀ ਬਾਗ ਦੇ ਅੰਦਰ ਲੰਗਰ ਚਲਾਉਂਦੇ ਨੇ। ਸਤਿਗੁਰਾਂ ਨੇ ਜਾ ਕੇ ਆਵਾਜ਼ ਦਿੱਤੀ ਕਿ ਪ੍ਰਸ਼ਾਦਾ ਪਾਣੀ ਛਕਣਾ ਹੈ। ਭਾਈ ਨੰਦ ਲਾਲ ਸਾਹਿਬ ਜੀ ਨੇ ਬੜੇ ਪ੍ਰੇਮ ਦੇ ਨਾਲ ਆਖਿਆ ਕਿ ਸਾਧੂ ਮਹਾਤਮਾ ਜੀਓ, ਜਿਹੜੀ ਦਾਲ ਹੈ ਉਹ ਤਿਆਰ ਹੈ, ਪ੍ਰਸ਼ਾਦੇ ਰਾਤ ਦੇ ਪਏ ਨੇ, ਜੇ ਜ਼ਿਆਦਾ ਜਲਦੀ ਹੈ ਤੇ ਉਹਨਾਂ ਨੂੰ ਗਰਮ ਕਰਕੇ ਦੇ ਦੇਣਾ। ਜੇ ਤੁਸੀਂ ਥੋੜਾ ਸਮਾਂ ਰੁਕ ਸਕਦੇ ਹੋ ਤੇ ਆਟਾ ਗੁੰਨਿਆ ਹੋਇਆ ਹੈ, ਪ੍ਰਸ਼ਾਦੇ ਮੈਂ ਲਾ ਕੇ ਤੁਹਾਨੂੰ ਛਕਾ ਦਿੰਨਾ। ਸਤਿਗੁਰੂ ਜੀ ਆਖਣ ਲੱਗੇ ਕਿ ਨਹੀਂ, ਸਾਨੂੰ ਰਾਤ ਦੇ ਪ੍ਰਸ਼ਾਦੇ ਹੀ ਗਰਮ ਕਰਕੇ ਦੇ ਦਿਓ। ਫਿਰ ਅਗਲੇ ਦਿਨ ਸਤਿਗੁਰੂ ਸਾਹਿਬ ਜੀ ਨੇ ਸਾਰਿਆਂ ਨੂੰ ਬੁਲਾਇਆ। ਫਿਰ ਪੁੱਛਿਆ ਕਿ ਭਾਈ ਲੰਗਰ ਪ੍ਰਸ਼ਾਦਾ ਸਭ ਦਾ ਵਧੀਆ ਚੱਲ ਰਿਹਾ ਹੈ ਜਾਂ ਨਹੀਂ ਚੱਲ ਰਿਹਾ? ਸਭ ਨੇ ਆਖਿਆ ਕਿ ਹਾਂਜੀ, ਅਸੀਂ ਬੜਾ ਵਧੀਆ ਚਲਾ ਰਹੇ ਹਾਂ। ਤੇ ਸਤਿਗੁਰੂ ਸਾਹਿਬ ਜੀ ਨੇ ਉਹ ਜਿਹੜਾ ਸੁੱਕਾ ਪ੍ਰਸ਼ਾਦਾ ਸੀ ਉਹ ਸਾਹਮਣੇ ਕਰ ਦਿੱਤਾ ਤੇ ਸਾਰੇ ਹੈਰਾਨ ਹੋਏ ਕਿ ਇਹ ਕੀ ਕੌਤਕ ਹੈ। ਸਤਿਗੁਰਾਂ ਨੇ ਭਾਈ ਨੰਦ ਲਾਲ ਜੀ ਨੂੰ ਪੁੱਛਿਆ ਕਿ ਭਾਈ ਨੰਦ ਲਾਲ ਜੀ, ਤੁਹਾਡਾ ਲੰਗਰ ਕਿਵੇਂ ਹੈ? ਸਤਿਗੁਰੂ ਸਾਹਿਬ ਜੀ ਨੂੰ ਆਖਣ ਲੱਗਾ ਕਿ ਸਤਿਗੁਰੂ ਜੀਓ, ਆਪ ਜੀ ਦੀ ਦਿਆਲਤਾ ਦੇ ਸਦਕਾ, ਆਪ ਜੀ ਦੇ ਬਲ ਦੇ ਸਦਕਾ ਬਹੁਤ ਵਧੀਆ ਤਰੀਕੇ ਦੇ ਨਾਲ ਚੱਲ ਰਿਹਾ ਹੈ। ਇਹ ਗੱਲ ਨੂੰ ਸੁਣ ਕਰਕੇ ਸਾਰਿਆਂ ਨੇ ਨੀਵੀਂ ਪਾ ਲਈ ਕਿ ਸਤਿਗੁਰੂ ਸਾਹਿਬ ਜੀ ਤਾਂ ਆਪ ਸਾਡੀ ਪਰਖ ਕਰਨ ਦੇ ਲਈ ਕੱਲ ਆਏ ਸਨ। ਸਤਿਗੁਰੂ ਸਾਹਿਬ ਜੀ ਆਖਣ ਲੱਗੇ ਕਿ ਇਕੱਲਾ ਗੱਲਾਂ ਦੇ ਨਾਲ ਨਹੀਂ ਸਰੇਗਾ, ਪ੍ਰਸ਼ਾਦੇ ਪਾਣੀ ਦੀ ਵਾਰਤਾ ਇਹ ਹੈ, ਧਾਰਨਾ ਇਹ ਹੈ ਕਿ ਜਦੋਂ ਵੀ ਕੋਈ ਆ ਜਾਵੇ ਉਸ ਨੂੰ ਗੁਰੂ ਕਾ ਰੂਪ ਕਰਕੇ ਜਾਣਨਾ। ਪ੍ਰਸ਼ਾਦਾ ਲਾਉਣ ਵੇਲੇ ਇਹ ਭਾਵਨਾ ਹੋਣੀ ਕਿ ਇਹ ਜਿਹੜੇ ਪ੍ਰਸ਼ਾਦੇ ਨੇ ਇਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਛਕਣੇ ਹਨ। ਐਸੀ ਭਾਵਨਾ ਦੇ ਨਾਲ ਪਕਾਏ ਹੋਏ ਪ੍ਰਸ਼ਾਦੇ ਹੀ ਪ੍ਰਵਾਨ ਨੇ। ਜਿਹੜੀ ਬੱਧਾ ਚੱਟੀ ਹੈ ਉਹ ਕਦੇ ਪ੍ਰਵਾਨ ਨਹੀਂ ਹੁੰਦੀ, ਉਹ ਕਿਸੇ ਵੀ ਤਰੀਕੇ ਦੀ ਹੋਵੇ। ਇਸ ਲਈ ਜਿਹੜੀ ਭਾਵਨਾ ਹੈ, ਸ਼ਰਧਾ ਹੈ, ਇਸ ਦਾ ਗੁਰਸਿੱਖ ਦੇ ਜੀਵਨ ਦੇ ਅੰਦਰ ਹੋਣਾ ਬੜਾ ਲਾਜ਼ਮੀ ਹੈ। ਤੇ ਪਾਵਨ ਆਈ ਹੋਈ ਗੁਰੂ ਕੀ ਜਿਹੜੀ ਸੰਗਤ ਹੈ, ਉਸ ਨੂੰ ਗੁਰੂ ਕਾ ਰੂਪ ਕਰ ਜਾਣ ਕਰਕੇ ਪ੍ਰਸ਼ਾਦਾ ਪਾਣੀ ਦੀ ਸੇਵਾ ਕਰਨੀ, ਕਿਸੇ ਵੀ ਪ੍ਰਕਾਰ ਦੇ ਜਿਹੜੇ ਕਬੂਲ ਬੋਲ ਕਰਕੇ ਨਿਰਾਦਰ ਕਰਨਾ, ਇਹ ਬਹੁਤ ਵੱਡੀ ਬੱਜਰ ਰਹਿਤ ਹੈ। ਅਸੀਂ ਗੁਰੂ ਕੇ ਦੇਣਦਾਰ ਹੋਵਾਂਗੇ ਜੇ ਗੁਰੂ ਕੀਆਂ ਸੰਗਤਾਂ ਨੂੰ ਅਸੀਂ ਮਾੜਾ ਬੋਲਦੇ ਹਾਂ। ਸੋ ਇਸ ਲਈ ਸਤਿਗੁਰੂ ਸਾਹਿਬ ਜੀ ਦੀ ਇਹ ਜੋ ਪਾਵਨ ਸਿੱਖਿਆਵਾਂ ਹਨ, ਇਹਨਾਂ ਨੂੰ ਆਪਾਂ ਜੀਵਨ ਦੇ ਅੰਦਰ ਧਾਰਨ ਕਰਕੇ
ਪਾਵਨ ਸਤਿਗੁਰੂ ਸਾਹਿਬ ਜੀ ਦੀਆਂ ਜਿਹੜੀਆਂ ਖੁਸ਼ੀਆਂ ਹਨ ਉਹਨਾਂ ਨੂੰ ਪ੍ਰਾਪਤ ਕਰ ਸਕਦੇ ਹਾਂ। ਇਸ ਦੇ ਨਾਲ ਹੀ ਸਾਡਾ ਲੋਕ ਸੁਖੀਆ ਪਰਲੋਕ ਸੁਹੇਲਾ ਹੋ ਸਕਦਾ ਹੈ। ਵਿਚਾਰਾਂ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣਾ ਜੀ। ਫਤਿਹ ਬੁਲਾ ਕਰਕੇ ਅਰਦਾਸ ਵਿੱਚ ਜੁੜਨਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।